पूरा प्रभ आराध्या पूरा जाका नाओ। नानक पूरा पाया पूरे के गुण गाओ। सुकहो टल गुर सेविय अहनिस सहज सुभाए। दर्शन परसे गुरु कै जन्म मरण दुख जाए। होवै सिफत खसम दी नूर अरसो कुरसो झटिया। तुद डिठे सच्चे पातशाह मल जन्म जन्म दी कट्टिया। सज्जन सच्चा पातशाह सिर शाहां दशाहो। जिस पास बैठिया सोहीए सबना दा वेसाहो। सज्जन सच्चा पातशाह सिर शाहां दशाहो। जिस पास बैठिया सोहीए सबना दा वेसाहो। सतनाम श्री वाहिगुरु साहिब जीओ। सुनिया ईसर बर्मा इंद सुनिया मुख सालाहण मंद। सुनिया ईसर बर्मा इंद सुनिया मुख सालाहण मंद। सुनिया जोग जुगत तन भेद सुनिया सास्त सिमृत वेद। नानक भगतां सदा विगास सुनिया दुख पाप का नास। नानक भगतां सदा विगास सुनिया दुख पाप का नास। वाहिगुरु जी का खालसा वाहिगुरु जी की फतेह। जेता जियो पिंड सब तेरा तू अंतर जामी पुरख भगवान। दासन दास कहे जन नानक जेहा तू कराए है तेहा हौ करी वखियान। धन धन सतगुरु साहिब श्री गुरु ग्रंथ साहिब जी महाराज जियां दे पावन पवित्र हजूरी अंदर जुड़ मिल बैठे गुरु रूप गुरु प्यारी गुरु खालसा साध संगत जी। वड्डियां भागां वाले हो जो आप नित दी मर्यादा मुताबक हाजरियां भर करके अपने जीवन नूं सफला सकारथा बनाउणा कर रहे हो। गुरु महाराज जियां दी कृपा सदका हुण तक दे दीवाना दी महाराज ने निर्विघनता सहित संपूर्णताई करवाउणा कीते ने। तां गुर संगत जी हुण समा है जो पहले पातशाह जियां दे प्रकाश पुरब दे संबंध विच जो लड़ीवार श्री जपजी साहब जियां दे जाप चलना कर रहे ने तिन्हां दी विचार दे नाल जुड़न दा समा है। तां महाराज ने गुरसंगत जी पिछले दीवाना विच दर्शना कीता कि जेड़ा कोई सिख गुरु दा जां कोई भी गुरु महाराज जियां दी बाणी नूं सुणदा है सुन करके मनदा कमाउंदा है उहदा
ਉਧਾਰ ਹੋ ਜਾਂਦਾ ਇਸ ਸੰਸਾਰ ਦੇ ਵਿੱਚ ਆ ਕਰਕੇ। ਤੇ ਜਿਹੜਾ ਨਹੀਂ ਸੁਣਦਾ ਉਹ ਆਵਾਗਾਉਣ ਦੇ ਚੱਕਰਾਂ ਦੇ ਵਿੱਚ ਪਿਆ ਰਹਿੰਦਾ ਹੈ। ਜਿਹੜਾ ਸੁਣਦਾ ਹੈ, ਸੁਣ ਕਰਕੇ ਮੰਨਣਾ ਕਰਦਾ, ਉਹਨੂੰ ਕਾਲ ਭਾਵ ਜਿਹੜਾ ਮੌਤ ਦਾ ਦੁੱਖ ਹੈ ਉਹ ਵਿਆਪਦਾ ਨਹੀਂ। ਤੇ ਜਿਹੜਾ ਨਹੀਂ ਸੁਣਦਾ ਉਹਨੂੰ ਮੌਤ ਆਪਣੇ ਗਿਰਫਤ ਦੇ ਵਿੱਚ ਲੈ ਹੀ ਲੈਣਾ ਕਰਦੀ। ਇਹ ਪ੍ਰਸੰਗ ਆਪ ਸਮੂਹ ਸੰਗਤਾਂ ਨੇ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਸਰਵਣ ਕਰਨਾ ਕੀਤੇ ਸਨ। ਪਿਛਲੇ ਦੀਵਾਨਾਂ ਵਿੱਚ ਜੋ ਮਹਾਰਾਜ ਅੱਜ ਦੇ ਸਮੇਂ ਦੌਰਾਨ ਬਖਸ਼ਿਸ਼ ਕਰਨਾ ਕਰ ਰਹੇ ਨੇ, ਤਿਨਾਂ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ। ਬਖਸ਼ੋ ਅਸੀਸ, ਗਜਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਣਿਆ ਈਸਰ ਬਰਮਾ ਇੰਦ। ਮਹਾਰਾਜ ਕਹਿਣਾ ਕਰਦੇ ਨੇ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਬਾਣੀ ਨੂੰ ਸੁਣਨਾ ਕਰਦਾ ਤਾਂ ਗੁਰਸੰਗਤ ਜੀ ਸੁਣਨਾ ਜ਼ਰੂਰੀ, ਮੰਨਣਾ ਵੀ ਜ਼ਰੂਰੀ ਹੈ। ਜੇ ਸੁਣਾਂਗੇ ਨਾ ਤੇ ਸੁਣਨ ਦੇ ਨਾਲ ਵੀ ਗਿਆਨ ਪ੍ਰਾਪਤ ਹੋ ਜਾਇਆ ਕਰਦਾ ਹੈ। ਜਿਹਨੇ ਮਹਾਰਾਜ ਜੀਆਂ ਦੀ ਬਾਣੀ ਨੂੰ ਸੁਣਿਆ ਹੀ ਨਹੀਂ, ਜਿਹਨੇ ਮਹਾਰਾਜ ਜੀਆਂ ਦੀ ਬਾਣੀ ਨੂੰ ਪੜ੍ਹਿਆ ਹੀ ਨਹੀਂ, ਕਮਾਇਆ ਹੀ ਨਹੀਂ, ਉਹਨੂੰ ਗਿਆਨ ਕਿੱਥੋਂ ਪ੍ਰਾਪਤ ਹੋਵੇਗਾ। ਜਿਹਨੂੰ ਗਿਆਨ ਨਹੀਂ ਪ੍ਰਾਪਤ ਹੁੰਦਾ ਉਹ ਫਿਰ ਅਗਿਆਨਤਾ ਦੇ ਹਨੇਰੇ ਵਿੱਚ ਹੀ ਆਪ ਗੁਰਸੰਗਤ ਜੀ ਉਹ ਫਸਿਆ ਰਹਿੰਦਾ ਹੈ। ਤਾਂ ਬਾਣੀ ਨੂੰ ਸੁਣਨਾ ਬਹੁਤ ਜ਼ਰੂਰੀ ਹੈ। ਇੱਕ ਤਾਂ ਪੜ੍ਹਨ ਵਾਲਾ ਹੋਵੇ, ਪੜ੍ਹਨ ਵਾਲੇ ਦੇ ਮਨ ਵਿੱਚ ਵੀ ਉਦੋਂ ਦੁੱਖਾਂ ਕਲੇਸ਼ਾਂ ਦਾ ਨਾਸ ਹੁੰਦਾ ਹੈ। ਤੇ ਜਿਹੜੇ ਮਹਾਰਾਜ ਜੀਆਂ ਦੀ ਬਾਣੀ ਨੂੰ ਧਿਆਨ ਨਾਲ ਸੁਣਨਾ ਕਰਦੇ ਨੇ ਤੇ ਉਹਨਾਂ ਦੇ ਅੰਦਰੋਂ ਵੀ ਦੁੱਖਾਂ ਕਲੇਸ਼ਾਂ ਦਾ ਨਾਸ ਹੁੰਦਾ। ਇਸ ਹਿਰਦੇ ਨੂੰ ਹਉਮੈ ਦੀ ਪੀੜ ਲੱਗੀ ਹੋਈ ਹੈ ਤੇ ਉਹ ਹਉਮੈ ਦੀ ਪੀੜ, ਈਰਖਾ, ਨਿੰਦਾ ਤੇ ਤ੍ਰਿਸ਼ਨਾ, ਇਹ ਸਾਰੀਆਂ ਭੁੱਖਾਂ ਜਿਹੜੀਆਂ ਨੇ ਉਹ ਮਹਾਰਾਜ ਦੀ ਬਾਣੀ ਨੂੰ ਸੁਣਨ ਦੇ ਨਾਲ ਲੱਥ ਜਾਇਆ ਕਰਦੀਆਂ ਨੇ। ਮਹਾਰਾਜ ਨੇ ਤਾਂ ਇੰਨੀ ਗੱਲ ਕਹੀ ਕਿ ਬਈ ਨਾਮ ਜਪਣ ਦੇ ਨਾਲ ਜਿਹੜੀ ਹਿਰਦਾ ਹੈ ਜੀਵ ਦਾ, ਤੇ ਜਿਹੜੀ ਛਾਤੀ ਹੋਇਆ ਕਰਦੀ ਹੈ ਉਹ ਸੀਤਲ ਹੋ ਜਾਂਦੀ, ਉਹ ਠੰਡੀ ਹੋ ਜਾਇਆ ਕਰਦੀ ਹੈ। ਇਸ ਹਿਰਦੇ ਦੇ ਵਿੱਚ ਗੁਰਸੰਗਤ ਜੀ ਤ੍ਰਿਸ਼ਨਾ ਦੀ ਅਗਨੀ ਵੀ ਚੱਲ ਰਹੀ ਹੈ, ਜਠਰ ਅਗਨੀ ਵੀ ਵਗਣਾ ਕਰ ਰਹੀ ਹੈ। ਤੇ ਜਿੱਦਾਂ ਅੱਗ ਲੱਗੀ ਹੋਵੇ ਤੇ ਉਹਦੇ ਉੱਪਰ ਅਸੀਂ ਜਲ ਪਾਉਣਾ ਕਰਦੇ ਹਾਂ ਤੇ ਉਹ ਅੱਗ ਬੁਝਦੀ ਹੈ। ਜਦੋਂ ਮਹਾਰਾਜ ਜੀਆਂ ਦੀ ਬਾਣੀ ਦਾ ਨਾਮ ਰੂਪੀ ਅੰਮ੍ਰਿਤ ਜਲ ਅਸੀਂ ਮਹਾਰਾਜ ਜੀਆਂ ਦੀ ਬਾਣੀ ਨੂੰ ਸੁਣ ਕਰਕੇ ਆਪਣੇ ਹਿਰਦੇ ਵਿੱਚ ਪਾਉਣਾ ਕਰਦੇ, ਮਹਾਰਾਜ ਜੀਆਂ ਦੀ ਬਾਣੀ ਨੂੰ ਵਸਾਉਣਾ ਕਰਦੇ ਹਾਂ ਸੁਣ ਕਰਕੇ, ਤਾਂ ਹਿਰਦੇ ਵਿੱਚੋਂ ਆਪ ਈਰਖਾ, ਨਿੰਦਾ, ਤ੍ਰਿਸ਼ਨਾ ਦੀ, ਹਉਮੈ ਦੀ ਅੱਗ ਜਿਹੜੀ ਹੈ ਉਹ ਸ਼ਾਂਤ ਹੋਇਆ ਕਰਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ 부ਜੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਈ ਅੰਦਰੋਂ ਗੁਰਸੰਗਤ ਜੀ ਜਿਹੜਾ ਈਰਖਾ, ਨਿੰਦਾ, ਤ੍ਰਿਸ਼ਨਾ ਦੀ ਅੱਗ ਹੈ, ਮਹਾਰਾਜ ਜੀਆਂ ਦੀ ਬਾਣੀ ਨੂੰ ਸੁਣਨ ਦੇ ਨਾਲ
ਉਹ ਬੁੱਝ ਜਾਇਆ ਕਰਦੀ। ਤਾਂ ਬਰਮਾ ਜੀ ਨੂੰ ਵੀ ਬੜਾ ਗਿਆਨ ਸੀ। ਬਰਮਾ ਜੀ ਨੇ 78,000 ਸਾਲ ਜਿਹੜੀ ਸੀ ਉਹ ਵਿਦਿਆ ਪੜ੍ਹੀ ਹੈ ਗੁਰਸੰਗਤ ਜੀ। 78,000 ਸਾਲ। ਪਰ ਅੰਤ ਵੇਲੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਵਿਦਿਆ ਤੇ ਅਸੀਂ ਬੜੀ ਪੜ੍ਹ ਲਈ, ਤੇ ਵਿਦਿਆ ਪੜ੍ਹਨ ਦੇ ਨਾਲ ਉਹਨਾਂ ਨੂੰ ਤਸੱਲੀ ਨਹੀਂ ਹੋਈ, ਤਾਂ ਫਿਰ ਜਦੋਂ ਆਪ ਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਧਰਮ ਦੀ ਵਿਦਿਆ ਦਾ ਗਿਆਨ ਹੋਇਆ, ਤੇ ਉਦੋਂ ਆਖਣ ਲੱਗੇ ਅਸੀਂ ਤਾਂ ਜਨਮ ਵਿਅਰਥ ਗਵਾ ਚੱਲੇ ਸੀ, ਅਸੀਂ ਤਾਂ ਅਵਿਦਿਆ ਦੀ ਨੀਂਦ ਦੇ ਵਿੱਚ ਰਹਿਣਾ ਕਰ ਰਹੇ ਸੀ। ਸੋ ਇਹ ਚੰਗਾ ਹੋਇਆ ਕਿ ਸਾਨੂੰ ਅਸਲੀ ਬ੍ਰਹਮ ਗਿਆਨ ਵਾਲੀ ਵਿਦਿਆ ਦੀ ਪ੍ਰਾਪਤੀ ਹੋ ਗਈ, ਨਹੀਂ ਤਾਂ ਜੀਵਨ ਸਾਡਾ ਵਿਅਰਥ ਚੱਲਿਆ ਜਾਣਾ ਸੀ। ਗੁਰੂ ਦੇ ਬਚਨ ਸੁਣੇ ਨਾ, ਬਚਨ ਕਮਾਵੇ ਤਾਂ ਜੀਵ ਦਾ ਉਧਾਰ ਹੋ ਜਾਇਆ ਕਰਦਾ ਹੈ। ਪਰ ਕਮਾਉਣਾ ਬਹੁਤ ਔਖਾ ਹੋਇਆ ਕਰਦਾ। ਪਹਿਲਾਂ ਤੇ ਸੁਣਨਾ ਵੀ ਬਹੁਤ ਔਖਾ ਹੈ, ਕਮਾਉਣਾ ਬਹੁਤ ਦੂਰ ਦੀ ਗੱਲ ਹੈ ਗੁਰਸੰਗਤ ਜੀ। ਤਾਂ ਬਰਮਾ ਸੁਣਿਆ ਈਸ਼ਰ ਬਰਮਾ ਇੰਦ। ਬਰਮਾ ਜੀਆਂ ਦੇ ਵਿੱਚ ਇੱਕ ਬਿਰਤੀ ਸੀ, ਦਾਰਸ਼ਨਿਕ ਬਿਰਤੀ। ਹੁਣ ਜਦੋਂ ਅਸੀਂ ਜ਼ਿਆਦਾ ਖੋਜ ਰੱਖਣਾ ਕਰੀਏ, ਜ਼ਿਆਦਾ ਖੋਜ ਕਰਨਾ ਕਰੀਏ ਕਿਸੇ ਗੱਲ ਦੀ, ਤਾਂ ਉਹਨੂੰ ਕਿਹਾ ਜਾਂਦਾ ਦਾਰਸ਼ਨਿਕ ਬਿਰਤੀ। ਗੁਰੂ ਦਾ ਸਿੱਖ ਜਿਹੜਾ ਮਹਾਰਾਜ ਜੀਆਂ ਦੀ ਬਾਣੀ ਨੂੰ ਸੁਣਦਾ ਹੈ, ਮਹਾਰਾਜ ਜੀਆਂ ਦੀ ਬਾਣੀ ਨੂੰ ਮੰਨਦਾ ਹੈ, ਮਹਾਰਾਜ ਜੀਆਂ ਦੀ ਬਾਣੀ ਨੂੰ ਕਮਾਉਣਾ ਕਰਦਾ, ਉਹਦੇ ਅੰਦਰ ਦਾਰਸ਼ਨਿਕ ਬਿਰਤੀ ਪੈਦਾ ਹੋ ਜਾਂਦੀ ਹੈ। ਉਹ ਫਿਰ ਜਗਿਆਸੂ ਬਣ ਜਾਂਦਾ ਹੈ। ਜਦੋਂ ਜਗਿਆਸੂ ਬਣਨਾ ਕਰਦਾ ਹੈ, ਬਰਮਾ ਜੀਆਂ ਦੇ ਵਰਗਾ ਗਿਆਨ ਉਹਨੂੰ ਹੋ ਜਾਇਆ ਕਰਦਾ ਹੈ। ਉਹਦੀ ਅਵਧੂਤ ਬਿਰਤੀ ਹੋ ਜਾਇਆ ਕਰਦੀ। ਮਹਾਰਾਜ ਕਹਿੰਦੇ ਬਾਣੀ ਸੁਣਨ ਦਾ ਇਹ ਲਾਭ ਹੈ। ਮਹਾਰਾਜ ਨੇ ਨੇਤਰ ਵੀ ਦੇਣਾ ਕੀਤੇ ਨੇ ਨਾ ਸਾਨੂੰ, ਤੇ ਕੰਨ ਵੀ ਦੇਣਾ ਕੀਤੇ ਨੇ। ਮਹਾਰਾਜ ਕਹਿੰਦੇ ਨੇਤਰਾਂ ਨਾਲ ਤੂੰ ਕਰਨਾ ਕੀ, ਪਰ ਇਸ ਇਨਸਾਨ ਨੇ ਕਰਨਾ ਕੀ ਕੀਤਾ? ਨੇਤਰਾਂ ਨਾਲ ਤੇ ਗੁਰੂ ਮਹਾਰਾਜ ਜੀਆਂ ਦੇ ਦਰਸ਼ਨ ਕਰਨੇ ਸੀ, ਕੰਨਾਂ ਦੇ ਨਾਲ ਗੁਰੂ ਮਹਾਰਾਜ ਜੀਆਂ ਦੀ ਬਾਣੀ ਸੁਣਨੀ ਸੀ, ਪਰ ਇਹਨੇ ਕਰਨਾ ਕੀ ਕੀਤਾ? ਲੱਚਰ ਗੀਤ ਸੁਣਨਾ ਕਰ ਰਿਹਾ ਹੈ। ਕੰਨਾਂ ਦੇ ਨਾਲ ਪਰਮੇਸ਼ਰ ਦੀ ਭਗਤੀ ਨੂੰ ਸੁਣਨਾ ਸੀ, ਸ਼ਬਦ ਨੂੰ ਸੁਣਨਾ ਸੀ, ਪਰ ਇਹ ਮਾੜੇ ਗੀਤ ਸੁਣ ਰਿਹਾ। ਮਹਾਰਾਜ ਕਹਿੰਦੇ ਮੋਹਨ ਸ਼ਰਵਨੀ ਇਹ ਨਾ ਸੁਨਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਉਹ ਗੀਤ ਨਾ ਸੁਣਾਉਣਾ ਕਰੇ ਮਹਾਰਾਜ ਜਿਹਦੇ ਨਾਲ ਤੁਹਾਡਾ ਨਾਮ ਵਿਸਰ ਜਾਵੇ। ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ। ਇਹਨਾਂ ਅੱਖਾਂ ਤੋਂ ਜੋ ਅਸੀਂ ਦੇਖਣਾ ਕਰਦੇ ਹਾਂ, ਉਹਦਾ 87% ਅਸਰ ਜਿਹੜਾ ਹੈ ਉਹ ਮਨ ਦੇ ਉੱਤੇ ਹੋਇਆ ਕਰਦਾ ਹੈ। ਤੇ ਨੇਤਰਾਂ ਦੇ ਨਾਲ ਚੰਗਾ ਦੇਖਣਾ ਕਰੀਏ, ਪਰ ਨੇਤਰਾਂ ਨਾਲ ਗੁਰੂ ਦੇ ਦਰਸ਼ਨ ਤਾਂ ਕੀ ਕਰਨੇ? ਇਹ ਅੱਖੀ ਸੂਤਕ ਵੇਖਣਾ, ਪਰਤਰੇ ਪਰਤਨ ਰੂਪ, ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਏ। ਸ ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਹੇ। ਫਿਰ ਐਸਾ ਜਿਹੜਾ ਜੀਵ ਹੈ, ਨਾ ਗੁਰੂ ਮਹਾਰਾਜ ਜੀਆਂ ਦੀ ਬਾਣੀ ਨੂੰ ਸੁਣਦਾ ਹੈ, ਨਾ ਗੁਰੂ ਮਹਾਰਾਜ ਜੀਆਂ ਦੀ ਬਾਣੀ ਨੂੰ ਦਰਸ਼ਨ ਰੂਪ ਵਿੱਚ ਕਰਨਾ ਕਰਦਾ, ਤੇ ਫਿਰ ਉਹ ਨਰਕਾਂ ਵੱਲ ਹੀ ਜਾਣਾ ਕਰਦਾ। ਤਾਂ ਜਦੋਂ ਗੁਰੂ ਮਹਾਰਾਜ ਜੀਆਂ ਦੀ ਬਾਣੀ ਨੂੰ ਸੁਣਦਾ ਹੈ ਤੇ ਕਮਾਉਣਾ ਕਰਦਾ, ਤੇ ਫਿਰ ਜਦੋਂ ਗੁਰੂ ਦਾ ਮਿਲਾਪ ਹਾਸਲ ਹੋਇਆ ਕਰਦਾ ਹੈ ਨਾ, ਤੇ ਫਿਰ ਉਹ ਇੰਦਰ ਦੀ ਤਰ੍ਹਾਂ ਪਰਮੇਸ਼ਰ ਨਾਲ ਰੰਗ ਰਲੀਆਂ ਮਾਣਨਾ ਕਰਦਾ ਹੈ।
ਇਹ ਸੁਣਨ ਦਾ ਲਾਭ ਹੋਇਆ ਕਰਦਾ ਹੈ। ਚੰਗਾ ਸੁਣਾਂਗੇ, ਚੰਗੇ ਜੀਵਨ ਦੀ, ਚੰਗੇ ਚਰਿੱਤਰ ਦੀ ਉਸਾਰੀ ਹੋਵੇਗੀ। ਮਾੜਾ ਸੁਣਾਂਗੇ ਤਾਂ ਫਿਰ ਮਾੜਾ ਹੀ ਵਿਚਾਰ ਆਪਣੇ ਹਿਰਦੇ ਵਿੱਚ ਆਵੇਗਾ। ਤਾਂ ਮਹਾਰਾਜ ਕਹਿਣਾ ਕਰਦੇ ਨੇ, ਸੁਣਿਆ ਮੁਖ ਸਲਾਹਣ ਮੰਦ। ਤਾਂ ਜੇ ਕੋਈ ਮੁਖ ਤੋਂ ਮੰਦਾ ਬਚਨ ਬੋਲਣ ਵਾਲਾ ਵੀ ਗੁਰੂ ਮਹਾਰਾਜ ਜੀਆਂ ਦੀ ਕੀਰਤੀ ਸੁਣ ਲੈਣਾ ਕਰੇ, ਗੁਰੂ ਮਹਾਰਾਜ ਜੀਆਂ ਦਾ ਸ਼ਬਦ ਸੁਣ ਲੈਣਾ ਕਰੇ ਨਾ, ਗੁਰੂ ਮਹਾਰਾਜ ਜੀਆਂ ਦਾ ਸ਼ਬਦ ਐਸਾ ਹੈ ਜਿਹੜਾ ਉਹਨਾਂ ਦਾ ਉਧਾਰ ਕਰਦਿਆ ਕਰਦਾ ਹੈ, ਜਿਹੜਾ ਉਹਨਾਂ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਲੰਘਾ ਦੇਣਾ ਕਰਦਾ ਹੈ। ਤਾਂ ਗੁਰਸੰਗਤ ਜੀ ਮੰਦਾ ਬੋਲਣ ਵਾਲੇ ਬੋਲਦੇ ਨੇ, ਪਰ ਪਰਮੇਸ਼ਰ ਦਾ ਪਿਆਰਾ ਐਸਾ ਹੈ, ਉਹ ਮੰਦਾ ਬੋਲਣ ਵਾਲਿਆਂ ਦੇ ਵਿੱਚ ਧਿਆਨ ਨਹੀਂ ਦੇਣਾ ਕਰਦਾ। ਜੇ ਕੋਈ ਮੰਦਾ ਬੋਲਦਾ ਹੈ ਨਾ, ਗੁਰੂ ਮਹਾਰਾਜ ਅੱਗੇ ਅਰਦਾਸ ਕਰੋ, ਮਹਾਰਾਜ ਜੇ ਕੋਈ ਮੰਦਾ ਬੋਲ ਰਿਹਾ ਕੋਈ ਗੱਲ ਨਹੀਂ, ਮੈਨੂੰ ਸਿਮਰਨ ਦੀ ਦਾਤ, ਸੇਵਾ ਦੀ ਦਾਤ ਇੰਨੀ ਜ਼ਿਆਦਾ ਦੇਣਾ ਕਰੋ ਕਿ ਮੰਦਾ ਬੋਲਣ ਵਾਲੇ ਦਾ ਅਸਰ ਮੇਰੇ ਤੇ ਹੋਵੇ ਹੀ ਨਾ। ਜਿੰਨਾ ਸੇਵਾ ਤੇ ਸਿਮਰਨ ਵਿੱਚ ਰਹਿਣਾ ਕਰਾਂਗੇ ਤਾਂ ਓਨਾ ਹੀ ਗੁਰਸੰਗਤ ਜੀ ਗੁਰੂ ਦੀ ਖੁਸ਼ੀ ਪ੍ਰਾਪਤ ਹੋਵੇਗੀ ਤੇ ਮੰਦਾ ਬੋਲਣ ਵਾਲਿਆਂ ਦਾ ਅਸਰ ਨਹੀਂ ਹੋਣਾ ਕਰੇਗਾ। ਮਹਾਰਾਜ ਕਹਿੰਦੇ ਨੇ, ਪਰਮੇਸ਼ਰ ਦਾ ਪਿਆਰਾ ਮਾੜਾ ਬੋਲਣ ਵਾਲਿਆਂ ਦੇ ਨਾਲ ਕਿਸੇ ਵੀ ਪ੍ਰਕਾਰ ਦੀ ਸਾਂਝ ਨਹੀਂ ਰੱਖਣਾ ਕਰਦਾ। ਉਹਨਾਂ ਦੇ ਸੁਭਾਅ ਦਾ, ਚੰਗੇ ਸੁਭਾਅ ਦੇ ਗੁਰਮੁਖਾਂ ਦੇ ਉੱਪਰ ਕੋਈ ਅਸਰ ਨਹੀਂ ਹੋਇਆ ਕਰਦਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਪਰਮੇਸ਼ਰ ਦਾ ਪਿਆਰਾ ਆਪਣਾ ਗੁਣ ਨਹੀਂ ਛੱਡਣਾ ਕਰਦਾ, ਜੇ ਕੋਈ ਉਹਨਾਂ ਦੀ ਨਿੰਦਾ ਵੀ ਕਰਨਾ ਕਰੇ। ਉਹ ਸਦਾ ਹੀ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਦਾ ਰਹਿੰਦਾ ਹੈ। ਜਾਣਦੇ ਨੇ ਨਾ ਕਿ ਸੱਚਾਈ ਹੈ ਕਿ ਜਿਹੜਾ ਨਿੰਦਾ ਕਰਨ ਵਾਲਾ ਹੁੰਦਾ ਏ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤੇ ਨਾ ਨਿੰਦਕਾ, ਨਰਕੇ ਘੂਰ ਪਵਨ। ਉਹ ਤਾਂ ਕੁੰਭੀ ਨਰਕ ਦੇ ਵਿੱਚ ਜਾਣਾ ਕਰਦੇ ਨੇ। ਇੱਕ ਬ੍ਰਾਹਮਣੀ ਵੀ ਜਿਹਨੇ ਨਿੰਦਾ ਕਰਨਾ ਕੀਤੀ ਸੀ ਰਾਜੇ ਦੀ, ਤੇ ਫਿਰ ਉਹ ਕੁੰਭੀ ਨਰਕਾਂ ਵੱਲ ਹੀ ਗਈ ਸੀ। ਹੁਣ ਉਹ ਨਿੰਦਾ ਨਹੀਂ ਹੋਇਆ ਕਰਦੀ ਗੁਰਸੰਗਤ ਜੀ। ਜੇ ਕਿਸੇ ਦੇ ਮਾੜੇ ਕਰਮ ਨੂੰ ਉਹਨੂੰ ਚਿਤਾਰਨਾ ਤੇ ਉਹਨੂੰ ਦਰਸਾਉਣਾ, ਉਹ ਨਿੰਦਾ ਨਹੀਂ ਹੋਇਆ ਕਰਦੀ। ਹਾਂ, ਜੇ ਕੋਈ ਇਨਸਾਨ ਚੰਗਾ ਕਰਮ ਕਰ ਰਿਹਾ ਤੇ ਅਸੀਂ ਉਹਦੀ ਆਪ ਨਿੰਦਾ ਕਰਦੇ ਰਹੀਏ, ਉਹ ਨਿੰਦਾ ਹੋਇਆ ਕਰਦੀ। ਨਿੰਦਾ ਸੇਵਾ ਤੇ ਸਿਮਰਨ ਤਿਨਾਂ ਨੂੰ ਖਤਮ ਕਰ ਦਿਆ ਕਰਦੀ ਹੈ। ਤਾਂ ਇਸ ਲਈ ਨਿੰਦਾ ਜਿਹੜੀ ਹੈ ਉਹ ਕਿਸੇ ਦੀ ਕਰਨੀ ਨਹੀਂ ਚਾਹੀਦੀ। ਜਿਹੜਾ ਸਲਾਉਣ ਯੋਗ ਹੈ ਉਹਨਾਂ ਨੂੰ ਸਲਾਉਣਾ ਕਰੋ, ਤੇ ਜਿਹੜਾ ਨਹੀਂ ਸਲਾਉਣ ਯੋਗ ਉਹਨੂੰ ਦੱਸਣਾ ਕਰੋ ਕਿ ਪਿਆਰਿਆ ਤੇਰੇ ਵਿੱਚ ਆਹ ਘਾਟ ਹੈ, ਤੂੰ ਇਹਨੂੰ ਦੂਰ ਕਰਨਾ ਕਰ। ਤਾਂ ਮਹਾਰਾਜ ਕਹਿੰਦੇ, ਜਿਹੜਾ ਸੁਣਦਾ ਕਰਦਾ ਪਰਮੇਸ਼ਰ ਦੇ ਨਾਮ ਨੂੰ, ਆਪਣੇ ਮੁਖ ਤੋਂ ਜਿਹੜਾ ਪਰਮੇਸ਼ਰ ਦਾ ਨਾਮ ਉਚਾਰਨ ਕਰਨਾ ਕਰਦਾ ਏ, ਉਹਦਾ ਸੰਸਾਰ ਤੇ ਆਉਣਾ ਸਫਲ ਹੋਇਆ ਕਰਦਾ ਹੈ। ਜੇ ਕੋਈ ਨਿੰਦਾ ਕਰਨ ਵਾਲਾ ਵੀ ਭੁੱਲ ਭੁਲੇਖੇ ਸਤ ਸੰਗਤ ਦੇ ਵਿੱਚ ਆ ਕਰਕੇ ਨਾਮ ਜਪਣਾ ਕਰੇ ਤਾਂ ਉਹਦਾ ਵੀ ਪਾਰ ਉਤਾਰਾ ਹੋ ਜਾਇਆ ਕਰਦਾ। ਸੁਣਿਆ ਜੋਗ ਜੁਗਤ ਤਨ ਭੇਦ, ਤਾਂ ਜਿਹੜਾ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਨੂੰ, ਬਾਣੀ ਨੂੰ ਸੁਣਨਾ ਕਰਦਾ, ਉਹਨੂੰ ਜੀਵਨ ਜਿਉਣ ਦੀ ਜੁਗਤੀ ਪ੍ਰਾਪਤ ਹੋ ਜਾਇਆ ਕਰਦੀ। ਜੀਵਨ ਜਿਉਣਾ ਕਿੱਦਾਂ ਹੈ, ਕਿੱਦਾਂ ਗੁਰੂ ਦੇ ਹੋ ਕਰਕੇ ਰਹਿਣਾ ਹੈ, ਐਸੀ ਜੁਗਤੀ ਉਹਨੂੰ ਪ੍ਰਾਪਤ ਹੋ ਜਾਇਆ ਕਰਦੀ। ਤਾਂ ਉਹ ਅਸਲੀ ਜੋਗੀ ਹੈ,
ਹੁਣ ਉਹ ਜੋਗੀ ਨਹੀਂ ਜਿਨੇ ਭਗਵੇ ਕੱਪੜੇ ਪਾ ਲਏ, ਕੰਨਾਂ ਦੇ ਵਿੱਚ ਮੁੰਦਰੀਆਂ ਪਾ ਲਈਆਂ ਤੇ ਜਗ੍ਹਾ ਜਗ੍ਹਾ ਦੇ ਵਿੱਚ ਜਾ ਕਰਕੇ ਹੱਥ ਵਿੱਚ ਡੰਡਾ ਲੈ ਕਰਕੇ ਫਿਰਦਾ ਰਵੇ, ਉਹ ਅਸਲੀ ਜੋਗੀ ਨਹੀਂ। ਮਹਾਰਾਜ ਕਹਿੰਦੇ ਤੁਸੀਂ ਇੱਥੇ ਸੁਮੇਰ ਪਰਬਤ ਤੇ ਤਾਂ ਆਏ ਹੋਏ ਹੋ, ਪਰ ਤੁਸੀਂ ਮੰਗਣ ਵਾਸਤੇ ਆਪ ਗ੍ਰਸਥੀਆਂ ਦੇ ਘਰ ਵਿੱਚ ਜਾਣਾ ਕਰਦੇ ਹੋ, ਇਹ ਕਿਹੜਾ ਜੋਗ ਹੋ ਗਿਆ। ਮਹਾਰਾਜ ਕਹਿੰਦੇ ਗੱਲੀ ਜੋਗ ਨਾ ਹੋਈ, ਗੱਲਾਂ ਕਰਨ ਦੇ ਨਾਲ ਕਦੀ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ। ਜੋਗ ਨਾ ਡੰਡਾ, ਜੋਗ ਨਾ ਖਿੰਥਾ, ਜੋਗ ਨਾ ਚੁਲੀ ਭਰਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਅੰਜਨ ਭਾਵ ਮਾਇਆ ਦੇ ਵਿੱਚ ਰਹਿ ਕਰਕੇ ਜਦੋਂ ਜੀਵ ਮਾਇਆ ਤੋਂ ਨਿਰਲੇਪ ਰਹਿਣਾ ਕਰੇ ਤਾਂ ਉਹਨੂੰ ਜੋਗ ਦੀ ਜਿਹੜੀ ਜੁਗਤੀ ਹੈ ਉਹ ਪ੍ਰਾਪਤ ਹੋਇਆ ਕਰਦੀ, ਤਾਂ ਉਹਨੂੰ ਆਪਣੇ ਤਨ ਦਾ ਵੀ ਭੇਦ ਹੋ ਜਾਣਾ ਕਰਦਾ ਹੈ ਕਿ ਸਾਡੇ ਤਨ ਦੇ ਵਿੱਚ ਵਰਤ ਕੀ ਰਿਹਾ ਹੈ। ਬਾਬਾ ਨਾਮਦੇਵ ਜੀਆਂ ਨੇ ਕਿਹਾ ਕਿ ਬਈ ਜਿਹੜਾ ਸਾਡੇ ਤਨ ਵਿੱਚ ਨਾ 72 ਨਾੜੀਆਂ ਜਿਹੜੀਆਂ ਨੇ ਉਹ ਵੱਡੀਆਂ ਵਰਤ ਰਹੀਆਂ ਨੇ, ਤੇ ਉਹਨਾਂ ਦੇ ਵਿੱਚ ਜਦੋਂ ਗੁਰੂ ਦਾ ਸਿੱਖ ਨਾਮ ਜਪਣਾ ਕਰਦਾ ਹੈ ਉਹਨਾਂ ਨੂੰ ਖੂਨ ਨਹੀਂ, ਉਹਨਾਂ ਨੂੰ ਅੰਮ੍ਰਿਤ ਹੀ ਵਰਤਦਾ ਨਜ਼ਰ ਆ ਜਾਂਦਾ ਹੈ। ਉਹਨਾਂ ਨੂੰ ਆਪਣੇ ਤਨ ਦਾ ਪਤਾ ਲੱਗ ਜਾਣਾ ਕਰਦਾ ਹੈ, ਔਰ ਐਸੀ ਐਸੀ ਖੋਜ ਕਰ ਜਾਇਆ ਕਰਦੇ ਨੇ ਜਿੱਥੇ ਤੱਕ ਅੱਜ ਦੀ ਸਾਇੰਸ ਵੀ ਨਹੀਂ ਪਹੁੰਚ ਸਕੀ। ਤਾਂ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਮਹਾਰਾਜ ਨੇ ਸਾਇੰਸ ਤੋਂ ਕਿੰਨਾ ਹੀ ਪਹਿਲਾਂ ਦੱਸ ਦਿੱਤਾ ਸੀ। ਤੇ ਕਈ ਕਹਿੰਦੇ ਨੇ ਕਿ ਬਈ ਅਸੀਂ ਸਾਇੰਸ ਨੇ ਵੀ ਇਹੀ ਗੱਲ ਕਹੀ ਤੇ ਮਹਾਰਾਜ ਨੇ ਵੀ ਇਹੀ ਗੱਲ ਕਹੀ ਹੈ। ਤੇ ਬਾਬਾ ਕਬੀਰ ਸਾਹਿਬ ਜੀ ਕਹਿਣ ਲੱਗੇ, ਪਿਆਰਿਆ ਤੈਨੂੰ ਅਸੀਂ ਉੱਥੋਂ ਦਾ ਵੀ ਗਿਆਨ ਕਰਾ ਦੇਵਾਂਗੇ, ਜੇ ਗੁਰੂ ਕਿਰਪਾ ਕਰੇ ਤੈਨੂੰ ਅਸੀਂ ਉੱਥੇ ਤੱਕ ਦਾ ਵੀ ਗਿਆਨ ਕਰਾ ਦੇਵਾਂਗੇ ਜਿੱਥੇ ਤੱਕ ਅਜੇ ਵਿਗਿਆਨ ਪਹੁੰਚਿਆ ਹੀ ਨਹੀਂ ਹੈ। ਸਾਇੰਸ ਤੇ ਅੱਜ ਕਹਿਣਾ ਕਰ ਰਹੀ, ਵਿਗਿਆਨ ਤੇ ਅੱਜ ਕਹਿਣਾ ਕਰ ਰਹੀ ਹੈ ਨਾ, ਪਰ ਮਹਾਰਾਜ ਨੇ ਬਹੁਤ ਸਮਾਂ ਪਹਿਲਾਂ ਹੀ ਕਹਿ ਦਿੱਤਾ ਸੀ, ਅਰਬਦ ਨਰਬਦ ਧੁੰਦੂ ਕਾਰਾ, ਧਰਣ ਨਾ ਗਗਨਾ ਹੁਕਮ ਅਪਾਰਾ। ਮਹਾਰਾਜ ਨੇ ਕਹਿ ਦਿੱਤਾ ਸੀ, ਨਾ ਤਦ ਸੂਰਜ ਨਾ ਤਦ ਚੰਦ। ਮਹਾਰਾਜ ਕਹਿੰਦੇ ਨੇ ਨਾ ਉਦੋਂ ਚੰਦਰਮਾ ਸੀ ਨਾ ਸੂਰਜ ਸੀ, ਨਾ ਸੂਰਜ ਚੰਦ ਨਾ ਜੋਤ ਅਪਾਰ। ਉਸ ਸਮੇਂ ਸਿਰਫ ਮਾਲਕ ਦੀ ਜੋਤ ਹੀ ਸਾਰੇ ਸੰਸਾਰ ਦੇ ਵਿੱਚ ਵਰਤ ਰਹੀ ਸੀ। ਸੋ ਆਪ ਜਿਹੜੇ ਸੁਣਦੇ ਨੇ ਮਹਾਰਾਜ ਦੀ ਬਾਣੀ ਨੂੰ, ਉਹਨਾਂ ਨੂੰ ਜੀਵਨ ਜਿਉਣ ਦੀ ਜੁਗਤ ਆ ਜਾਇਆ ਕਰਦੀ ਹੈ। ਅਸਲੀ ਜੋਗ ਉਹ ਕਮਾਣਾ ਕਰਦੇ, ਆਪਣੇ ਤਨ ਦਾ ਭੇਦ ਉਹਨਾਂ ਨੂੰ ਪ੍ਰਾਪਤ ਹੋ ਜਾਇਆ ਕਰਦਾ। ਭੇਦ ਕੀ ਹੈ? ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਜਿਹੜਾ ਖੋਜਦਾ ਏ ਤਨ ਨੂੰ ਮਨ ਨੂੰ ਖੋਜਦਾ ਤੇ ਉਹਨੂੰ ਆਪਣੇ ਅੰਦਰ ਦਾ ਭੇਦ ਜਿਹੜਾ ਹੈ ਤਨ ਮਨ ਦਾ ਪ੍ਰਾਪਤ ਹੋ ਜਾਇਆ ਕਰਦਾ ਹੈ। ਪਰਮੇਸ਼ਰ ਦੀ ਪ੍ਰਾਪਤੀ ਉਹਨਾਂ ਨੂੰ ਹਿਰਦੇ ਵਿੱਚੋਂ ਹੀ ਹੋ ਜਾਇਆ ਕਰਦੀ ਹੈ। ਸੁਣਿਆ ਸਾਸਤ ਸਿਮਰਤ ਵੇਦ, ਤਾਂ ਹੁਣ ਸਾਰੇ ਸ਼ਾਸਤਰਾਂ ਨੂੰ ਵੀ, ਵੇਦਾਂ ਨੂੰ ਵੀ ਤੇ ਸਿਮਰਤੀਆਂ ਨੂੰ ਵੀ ਸੁਣਨਾ ਕਰਦੇ ਨੇ, ਪਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਜੋ ਸ਼ਾਸਤ ਸਿਮਰਤ ਤੇ ਵੇਦ ਕਹਿਣਾ ਕਰ ਰਹੇ ਨੇ ਤੇ ਗੁਰੂ ਦੇ ਬਚਨ ਵੀ ਇਹਨਾਂ ਦੇ ਸਮਾਨ ਹੀ ਹੋਇਆ ਕਰਦੇ ਨੇ। ਨਾਨਕ ਭਗਤਾਂ ਸਦਾ ਵਿਗਾਸ, ਪਰਮੇਸ਼ਰ ਦੇ ਪਿਆਰਿਆਂ ਦੇ ਹਿਰਦੇ ਵਿੱਚ ਸਦਾ ਹੀ ਵਿਗਾਸ ਹੋਇਆ ਕਰਦਾ ਹੈ, ਸਦਾ ਹੀ ਖੁਸ਼ੀ ਹੋਇਆ ਕਰਦੀ, ਸਦਾ ਹੀ ਖੇੜਾ ਹੋਇਆ ਕਰਦਾ, ਸਦਾ ਹੀ ਆਨੰਦ ਹੋਇਆ ਕਰਦਾ ਹੈ। ਕਿਉਂਕਿ ਉਹ ਪਿਆਰੇ ਭਾਵੇਂ ਤਤੀ ਤਵੀ ਜੀਆਂ ਦੇ ਉੱਪਰ ਵੀ ਬੈਠ ਜਾਣ, ਉਹ ਤਾਂ ਵੀ ਬਚਨ ਉਚਾਰਨ ਕਰਨਾ ਕਰਦੇ ਨੇ। ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸੋ ਗੁਰ ਸੰਗਤ ਜੀ ਤਤੀ ਤਵੀ ਤੇ ਵੀ ਬੈਠ ਕੇ ਆਨੰਦ ਮਾਣਨਾ ਕਰਦੇ ਨੇ, ਸਦਾ ਹੀ ਖੁਸ਼ ਰਹਿਣਾ ਕਰਦੇ। 7-8 ਮਹੀਨਿਆਂ ਦਾ ਲੰਬਾ ਘੇਰਾ ਸ਼੍ਰੀ ਅਨੰਦਪੁਰ ਸਾਹਿਬ ਜੀਆਂ ਦੀ ਧਰਤੀ ਤੇ ਵੀ ਪਿਆ। ਖਾਣ ਨੂੰ ਭੋਜਨ ਨਹੀਂ ਮਿਲ ਰਿਹਾ, ਛਕਣ ਨੂੰ ਜਲ ਨਹੀਂ ਮਿਲ ਰਿਹਾ, ਤੇ ਤਾਂ ਵੀ ਮਹਾਰਾਜ ਦੇ ਬਾਣੀ ਗੁਰੂ ਦੇ ਸਿੱਖ ਪੜ੍ਹਨਾ ਕਰ ਰਹੇ ਨੇ, ਤਾਂ ਵੀ ਆਨੰਦ ਦੇ ਵਿੱਚ ਨੇ।
ਕਿਉਂਕਿ ਗੁਰੂ ਮਹਾਰਾਜ ਕਲਗੀਧਰ ਪਿਤਾ ਜੀ ਉਹਨਾਂ ਦੇ ਵਿੱਚ ਆਪ ਵਰਤਣਾ ਕਰ ਰਹੇ ਸਨ। ਉਹਨਾਂ ਦੇ ਹਿਰਦੇ ਵਿੱਚ ਸਦਾ ਹੀ ਖੇੜਾ ਰਿਹਾ ਕਰਦਾ ਹੈ, ਸਦਾ ਹੀ ਖੁਸ਼ੀਆਂ ਰਿਹਾ ਕਰਦੀਆਂ ਨੇ। ਭਾਵੇਂ ਚਮਕੌਰ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋਣਾ ਹੋਵੇ ਜਾਂ ਸਰਹੰਦ ਦੀਆਂ ਕੰਧਾਂ ਵਿੱਚ, ਸਰਹੰਦ ਜੀਆਂ ਦੀਆਂ ਕੰਧਾਂ ਵਿੱਚ ਆਪ ਚਿਣਿਆ ਜਾਣਾ ਹੋਵੇ, ਠੰਡੇ ਬੁਰਜ ਦੇ ਵਿੱਚ ਰਹਿਣਾ ਹੋਵੇ, ਤਾਂ ਉਹ ਸਦਾ ਹੀ ਆਨੰਦ ਵਿੱਚ ਖੇੜੇ ਵਿੱਚ ਹੀ ਰਿਹਾ ਕਰਦੇ ਨੇ। ਸੁਣਿਆ ਦੁਖ ਪਾਪ ਕਾ ਨਾਸ, ਜਿਹੜੇ ਮਹਾਰਾਜ ਜੀਆਂ ਦੀ ਬਾਣੀ ਨੂੰ ਸੁਣਦੇ ਨੇ, ਮੰਨਦੇ ਨੇ, ਕਮਾਉਣਾ ਕਰਦੇ ਨੇ, ਉਹਨਾਂ ਦਾ ਦੁੱਖਾਂ ਦਾ, ਕਲੇਸ਼ਾਂ ਦਾ ਤੇ ਪਾਪਾਂ ਦਾ ਨਾਸ਼ ਹੋ ਜਾਇਆ ਕਰਦਾ ਏ। ਸੋ ਗੁਰ ਸੰਗਤ ਜੀ, ਇਤਨੀਆਂ ਕੁ ਬੇਨਤੀਆਂ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀਆਂ। ਮਹਾਰਾਜ ਦੀ ਬਾਣੀ ਨੂੰ ਸੁਣੀਏ ਵੀ, ਕਮਾਈਏ ਵੀ, ਤਾਂ ਜੋ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਹੋ ਸਕਣ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਆਪ ਸਮੂਹ ਸੰਗਤਾਂ ਦਾ, ਜਿਨ੍ਹਾਂ ਨੇ ਦਾਸਾਂ ਨੂੰ ਨਿਵਾਜਣਾ ਕੀਤਾ ਏ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਲੇਖੇ ਕਤਹਿ ਨ ਛੂਟੀ ਹੈ। ਖਿਨ ਖਿਨ ਭੁੱਲਨ ਹਾਰ, ਬਖਸ਼ਣ ਹਾਰ ਬਖਸ਼ ਲੈ। ਨਾਨਕ ਪਾਰ ਉਤਾਰ ਜੀਆਂ ਦੇ ਮਹਾਵਾਕਾਂ ਅਨੁਸਾਰ ਇਧਰ ਹੀ ਸਮਾਪਤੀ ਹੈ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਆਪ ਸਮੂਹ ਸੰਗਤਾਂ ਦਾ, ਜਿਨ੍ਹਾਂ ਨੇ ਦਾਸਾਂ ਨੂੰ ਨਿਵਾਜਣਾ ਕੀਤਾ ਹੈ। ਅੰਤਮ ਦੋ ਪੰਕਤੀਆਂ ਦੇ ਜਾਪ ਕਰਕੇ ਸਮਾਪਤੀ ਹੈ ਜੀ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ